ਪਿਆਰੇ ਕਿਸਾਨ ਵੀਰੋ, ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਘੁੜਕਾ ਦੇ ਵਿੱਚ। ਕਾਫੀ ਮਸ਼ਹੂਰ ਪਿੰਡ ਹੈ, ਰੁੜਕਾ ਕਲਾਂ ਬਲਾਕ ਦੇ ਵਿੱਚ ਪੈਂਦਾ, ਜਿੱਥੇ ਖੇਤ ਦੇ ਵਿੱਚ ਕਿਸਾਨ ਤੇ ਮਾਹਰ ਇਕੱਠੇ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅਧਿਕਾਰੀ ਅਤੇ ਨਾਲ ਹੀ ਪਿੰਡ ਦੇ ਬਹੁਤ ਹੀ ਸੂਝਵਾਨ ਕਿਸਾਨ ਵੀਰ, ਨੌਜਵਾਨ ਕਿਸਾਨ ਵੀਰ ਜਿਹੜੇ ਆਧੁਨਿਕ ਖੇਤੀ ਕਰਦੇ ਆ, ਉਹ ਸਾਡੇ ਵਿਚਕਾਰ ਇੱਥੇ ਖੇਤ ਦੇ ਵਿੱਚ ਮੌਜੂਦ ਨੇ। ਸੋ ਆਪਾਂ ਇੱਕ ਡਿਸਕਸ਼ਨ ਅੱਜ ਇਹਨਾਂ ਦੇ ਨਾਲ ਕਰਨੀ ਆ। ਆਪਸ ਵਿੱਚ ਸਵਾਲ ਜਵਾਬ ਨੇ ਇਹਨਾਂ ਦੇ। ਵਿਸ਼ਾ ਰਹੂਗਾ ਆਪਣਾ ਜ਼ਿਆਦਾਤਰ ਜਿਹੜੀ ਜੇ 'ਤੇ ਆਪਾਂ ਗੱਲ ਕਰਾਂਗੇ ਉਹ ਹੈ ਕੁਦਰਤੀ ਸਰੋਤਾਂ ਦੀ ਯੋਗ ਵਰਤੋਂ, ਹਵਾ, ਪਾਣੀ ਅਤੇ ਮਿੱਟੀ। ਤੁਹਾਨੂੰ ਪਤਾ ਕਿਸਾਨ ਵੀਰੋ, ਲਗਾਤਾਰ ਕਣਕ ਅਤੇ ਝੋਨਾ ਲਾਉਣ ਨਾਲ ਇਹ ਦੋਵੇਂ ਚੀਜ਼ਾਂ ਗੰਧਲੀਆਂ ਹੁੰਦੀਆਂ ਜਾ ਰਹੀਆਂ, ਤਿੰਨੋਂ ਚੀਜ਼ਾਂ ਗੰਧਲੀਆਂ ਹੁੰਦੀਆਂ ਜਾ ਰਹੀਆਂ, ਭਾਵੇਂ ਹਵਾ, ਭਾਵੇਂ ਪਾਣੀ ਅਤੇ ਭਾਵੇਂ ਮਿੱਟੀ। ਸੋ ਇਹਨਾਂ ਨੂੰ ਬਚਾਉਣ ਦੇ ਯਤਨ ਕਰਨੇ ਆ। ਕੀ ਕਰ ਰਹੇ ਆ ਕਿਸਾਨ ਵੀਰ ਇਹਨਾਂ ਦੀ ਸਾਂਭ ਸੰਭਾਲ ਦੇ ਲਈ, ਅੱਜ ਆਪਾਂ ਇਸੇ ਸੰਬੰਧੀ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਜਿਹੜੇ ਮਹਿਕਮਾ ਖੇਤੀਬਾੜੀ ਦੇ ਅਧਿਕਾਰੀ ਨੇ, ਉਹਨਾਂ ਤੋਂ ਆਪਾਂ ਥੋੜ੍ਹਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਹਵਾ, ਪਾਣੀ ਅਤੇ ਮਿੱਟੀ ਨੂੰ ਸਾਂਭਣ ਦੇ ਲਈ ਕਿਸਾਨ ਵੀਰ ਕੀ ਕਰ ਸਕਦੇ ਆ। ਮੇਰੇ ਨਾਲ ਹੀ ਸਭ ਤੋਂ ਪਹਿਲਾਂ ਨੇ ਡਾਕਟਰ ਗੁਰਮੀਤ ਸਿੰਘ ਜੀ, ਬਲਾਕ ਖੇਤੀਬਾੜੀ ਅਫਸਰ ਨੇ, ਫਲੌਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ। ਇਹਨਾਂ ਤੋਂ ਪੁੱਛਦੇ ਹਾਂ ਕਿ ਇਹ ਕੀ ਕਹਿਣਾ ਚਾਹੁੰਦੇ ਆ, ਕਿਹੜੇ ਕੁਦਰਤੀ ਸਰੋਤ ਬਾਰੇ ਇਹ ਗੱਲ ਕਰਨਾ ਚਾਹੁੰਦੇ ਆ। ਮੈਂ ਸਭ ਤੋਂ ਪਹਿਲਾਂ ਪਾਣੀ ਬਾਰੇ ਗੱਲ ਕਰਨਾ ਚਾਹੁੰਦਾ ਜੀ, ਕਿਉਂਕਿ ਪਾਣੀ ਜਿਹੜਾ ਬਹੁਤ ਕੁਦਰਤੀ ਸਰੋਤ ਆ। ਇਸ ਤੋਂ ਬਿਨਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ, ਕਿਉਂਕਿ ਇਸ ਤੋਂ ਬਿਨਾਂ ਖੇਤੀ ਵੀ ਨਹੀਂ ਕੀਤੀ ਜਾ ਸਕਦੀ। ਜਿਉਂ-ਜਿਉਂ ਪਾਣੀ ਨੂੰ ਆਪਾਂ ਬਚਾਵਾਂਗੇ, ਤਿਉਂ-ਤਿਉਂ ਹੀ ਆਪਾਂ ਕਿਸੇ ਵਧੀਆ ਪੱਧਰ 'ਤੇ ਪਹੁੰਚ ਸਕਦੇ ਹਾਂ। ਪਾਣੀ ਦੀ ਬੱਚਤ ਜਿਹੜੀ ਆ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਜਿਹੜੀ ਹੈਗੀ ਮਿੱਟੀ ਪਰਖ ਦੇ ਆਧਾਰ 'ਤੇ ਜਿਹੜੀ ਖਾਦਾਂ ਪਾਉਣੀਆਂ ਚਾਹੀਦੀਆਂ। ਜੋ ਵੀ ਖਾਦ ਆ, ਪਹਿਲਾਂ ਮਹਿਕਮਾ ਖੇਤੀਬਾੜੀ ਤੋਂ ਆਪਣਾ ਇਹਦੀ ਜਾਂਚ ਕਰਵਾਈਏ, ਜਾਂ ਲੁਧਿਆਣਾ ਯੂਨੀਵਰਸਿਟੀ ਤੋਂ ਇਹਦੀ ਜਾਂਚ ਕਰਵਾਈਏ। ਮਤਲਬ ਉਸ ਨਾਲ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਅਤੇ ਸਾਰੀਆਂ ਖਾਦਾਂ ਜੋ ਛੋਟੇ ਤੱਤ ਵੀ ਆ, ਉਹ ਇਹਦੇ ਅਨੁਸਾਰ ਹੀ ਪਾਈਏ। ਸਭ ਤੋਂ ਪਹਿਲਾਂ ਆਪਾਂ ਜੇ ਨਾਈਟ੍ਰੋਜਨ ਦੀ ਗੱਲ ਕਰੀਏ, ਕਿਉਂਕਿ ਨਾਈਟ੍ਰੋਜਨ ਜਿਹੜੀ ਖਾਦ ਆ, ਆਪਾਂ ਹੁਣ ਕਣਕਾਂ ਨੂੰ ਪਾਉਣੀ ਹੈ, ਉਹ ਜੇ ਆਪਣੀ ਖਾਦ ਦੀ ਇਹਦੀ ਮਿੱਟੀ ਪਰਖ ਹੋਈ ਹੋਊਗੀ, ਉਹਦੇ ਬੇਸ ਦੇ ਉੱਤੇ ਹੀ ਪਾਉਣੀ ਹੈ। ਅਤੇ ਜੇ ਪਾਉਣੀ ਆ ਤਾਂ ਬਿਲਕੁਲ ਥੋੜ੍ਹੀ ਪਾਉਣੀ ਆ, ਕਿਉਂਕਿ ਜਿਹੜੀ ਨਾਈਟ੍ਰੋਜਨ ਖਾਦ ਆ, ਇਹ ਮੋਬਾਈਲ ਫਰਟੀਲਾਈਜ਼ਰ ਆ। ਜੇ ਆਪਾਂ ਵੱਧ ਪਾਵਾਂਗੇ ਤਾਂ ਇਹ ਕੁਦਰਤੀ ਤੌਰ 'ਤੇ ਲੀਚ ਹੋ ਜਾਏਗੀ, ਅਤੇ ਲੀਚ ਹੋਣ ਦੇ ਨਾਲ ਥੱਲੇ ਜ਼ਮੀਨ ਦੇ ਵਿੱਚ ਚਲ ਜਾਊਗੀ। ਉਹਦੇ ਨਾਲ ਸਾਡਾ ਪਾਣੀ ਵੀ ਅਤੇ ਹਵਾ ਵੀ ਸਭ ਦੂਸ਼ਿਤ ਹੋਣਗੇ। ਸਾਡੇ ਕੋਲ ਅਗਲੇ ਮਾਹਰ ਨੇ ਡਾਕਟਰ ਲਖਵੀਰ ਸਿੰਘ ਜੀ। ਇਹਨਾਂ ਤੋਂ ਪੁੱਛਦੇ ਹਾਂ ਕੁਦਰਤੀ ਸਰੋਤ, ਇਹਨਾਂ ਨੂੰ ਸਾਂਭਣ ਸੰਬੰਧੀ ਕਿਹੜੇ ਸਰੋਤ ਸੰਬੰਧੀ ਇਹ ਗੱਲ ਕਰਨਾ ਚਾਹੁੰਦੇ ਆ। ਮੈਂ ਇਸ ਵਕਤ ਹਵਾ ਬਾਰੇ ਗੱਲ ਕਰਨੀ ਚਾਹੁੰਦਾ ਗਾ। ਬਹੁਤ ਹੀ ਇੰਪੋਰਟੈਂਟ ਰੋਲ ਆ ਇਹ ਹਵਾ ਦਾ ਐਗਰੀਕਲਚਰ ਦੇ ਵਿੱਚ। ਫੋਟੋਸਿੰਥੈਸਿਸ ਦੇ ਵਿੱਚ ਵੀ ਹਵਾ ਦਾ ਇੰਪੋਰਟੈਂਟ ਰੋਲ ਆ, ਸੋਇਲ ਐਰੋਜਨ ਦੇ ਵਿੱਚ ਵੀ ਹਵਾ ਦਾ ਇੰਪੋਰਟੈਂਟ ਰੋਲ ਹੈ। ਤੋ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਦੋਂ ਵੀ ਫਾਰਮਰ ਸਪਰੇਅ ਕਰਦੇ ਆ ਤਾਂ ਇਹ ਮੇਨ ਧਿਆਨ ਰੱਖਣ ਵੀ ਹਵਾ ਦੀ ਵੈਲੋਸਿਟੀ ਜਾਂ ਹਵਾ ਦੀ ਗਤੀ ਨੂੰ, ਵੀ ਕਿਸ ਦਿਸ਼ਾ ਦੇ ਵਿੱਚ ਹਵਾ ਵਹਿ ਰਹੀ ਹੈ, ਅਤੇ ਉਸ ਨੂੰ ਧਿਆਨ ਰੱਖਦੇ ਹੋਏ ਉਸ ਤਰੀਕੇ ਨਾਲ ਸਪਰੇਅ ਕੀਤੀ ਜਾਵੇ। ਅਤੇ ਇਹ ਵੀ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਵੀ ਉਹ ਪਰਾਲੀ ਨੂੰ ਅੱਗ ਲਾਉਂਦੇ ਆ, ਤਾਂ ਹੁਣ ਤਾਂ ਬਹੁਤ ਮਹਿਕਮੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ, ਅਤੇ ਕਾਫੀ ਟੈਕਨੀਕਸ ਆ ਗਈਆਂ, ਜਿਵੇਂ ਸੁਪਰ ਸੀਡਰ ਆ ਗਈ, ਇੱਕ ਕੈਪਸੂਲ ਆ ਗਿਆ ਜਿਹੜਾ ਵਿੱਚ ਹੀ ਡੀਕੰਪੋਜ਼ ਕਰ ਦਿੰਦਾ ਪਰਾਲੀ ਨੂੰ। ਅਤੇ ਨਾ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ, ਤਾਂ ਕਿ ਹਵਾ ਨੂੰ ਕੀ ਆ ਆਪਾਂ ਕੁਦਰਤੀ ਰੱਖੀਏ। ਜਿੰਨਾ ਕੁਦਰਤੀ ਰੱਖਾਂਗੇ ਸਾਡੇ ਲਈ ਵੀ ਸਿਹਤਮੰਦ ਹੈ ਅਤੇ ਸਾਡੇ ਸਮਾਜ ਲਈ ਵੀ ਸਿਹਤਮੰਦ ਹੈ। ਮਾਹਰ ਸਾਡੇ ਕੋਲ ਹੋਰ ਨੇ ਡਾਕਟਰ ਰਮਨਦੀਪ ਜੀ, ਖੇਤੀਬਾੜੀ ਵਿਕਾਸ ਅਫਸਰ ਨੇ। ਸੋ ਕੀ ਕਹਿਣਾ ਚਾਹੁੰਦੇ ਹੋ ਵੀ ਕਿਵੇਂ ਅਸੀਂ ਮਿੱਟੀ ਨੂੰ ਤਾਕਤਵਰ ਰੱਖ ਸਕਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਵਾਧੂ ਪ੍ਰੋਡਕਸ਼ਨ ਦੇਵੇ। ਬਹੁਤ ਵਧੀਆ ਸਵਾਲ ਹੈ ਸਰ। ਆਪਣੇ ਬਹੁਤ ਵਧੀਆ ਲਾਈਨ ਵੀ ਆਪਣੀ ਬਾਣੀ, ਧਰਤੀ ਪਿਆਰ ਕਰੇਂਦੀ ਹੈ ਤੇਰਾ ਮੱਥਾ ਨੂਰੋ ਨੂਰ। ਤਾਂ ਜੇ ਧਰਤੀ ਸਹੀ ਹੋਵੇਗੀ, ਜ਼ਮੀਨ ਸਹੀ ਹੋਊਗੀ, ਤਾਂ ਆਪਣਾ ਸਭ ਕੁਝ ਸਹੀ ਹੈ, ਕਿਉਂਕਿ ਆਪਾਂ ਇਸੇ ਮਿੱਟੀ ਦੇ ਵਿੱਚ ਹੀ ਖਾਣਾ ਹੈ। ਜੇ ਮਿੱਟੀ 'ਚ ਜਾਨ ਹੈ ਤਾਂ ਉਸ ਦੇ ਵਿੱਚ ਭੋਜਨ 'ਚ ਜਾਨ ਆਊਗੀ, ਅਤੇ ਆਪਣੇ ਸਰੀਰ 'ਚ ਜਾਨ ਆਉਣੀ ਆ। ਅੱਜ ਕੱਲ੍ਹ ਹੋ ਕੀ ਰਿਹਾ, ਆਧੁਨਿਕ ਯੁੱਗ ਦੇ ਵਿੱਚ ਆਪਾਂ ਸਾਰੀ ਰਸਾਇਣਿਕ ਖਾਦਾਂ ਦੇ ਵੱਲ ਹੋਏ ਪਏ ਹਾਂ। ਚਾਹੇ ਯੂਰੀਆ ਹੋ ਗਿਆ, ਡਾਇਆ ਹੋ ਗਿਆ, ਪੋਟਾਸ਼ ਹੋ ਗਿਆ, ਜਾਂ NPK ਹੋ ਗਈ। ਪਰ ਜੇ ਉਹਦਾ ਕੁਦਰਤੀ ਬਦਲ ਦੀ ਗੱਲ ਕਰੀਏ, ਅੱਜ ਤੋਂ ਪਹਿਲੇ ਜੇ ਪਿਛੋਕੜ ਖੇਤੀ ਦੀ ਗੱਲ ਕਰੀਏ, ਤਾਂ ਰੂੜੀ ਦੀ ਖਾਦ ਉਹ ਬਹੁਤ ਘੱਟ ਪੈ ਰਹੀ ਹੈ। ਜਾਂ ਇਸ ਤੋਂ ਬਿਨਾਂ ਜਿਵੇਂ ਸਾਣਾ ਹੋ ਗਿਆ, ਜੰਤਰ ਹੋ ਗਿਆ, ਉਹਦੇ ਜਿਹੜੇ ਤੱਤ ਆ ਆਪਣੇ ਜ਼ਮੀਨ ਦੇ ਵਿੱਚ, ਉਹ ਹੁਣ ਅੱਜ ਕੱਲ੍ਹ ਜ਼ਿਮੀਂਦਾਰ ਉਸ ਤੋਂ ਪਾਸੇ ਹੁੰਦਾ ਜਾ ਰਿਹਾ ਹੈ। ਤਾਂ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਇਹੀ ਬੇਨਤੀ ਹੈ ਕਿ ਥੋੜ੍ਹਾ ਧਰਤੀ ਦੀ ਸੁਧਾਰ ਵੱਲ ਧਿਆਨ ਦਿਓ। ਡਾਕਟਰ ਸਾਹਿਬ ਨੇ ਪਹਿਲੇ ਗੱਲ ਕੀਤੀ, ਪਹਿਲੇ ਤਾਂ ਮਿੱਟੀ ਦੀ ਪਰਖ ਕਰਾਓ, ਜਿਹੜੇ ਤੱਤ ਦੀ ਤੁਹਾਨੂੰ ਥੁੜ ਲੱਗਦੀ ਹੈ ਉਸ ਦੇ ਆਧਾਰ 'ਤੇ ਆਪਣੀ ਖਾਦਾਂ ਪਾਓ।
ਤੇ ਇਸ ਤੋਂ ਬਿਨਾ ਸਾਡੇ ਕੋਲ ਹੋਰ ਬਹੁਤ ਜਿਵੇਂ ਚੀਜ਼ਾਂ ਨੇ, ਫਸਲੀ ਚੱਕਰ ਆਮ ਤੌਰ ਤੇ ਕਣਕ ਝੋਨਾ ਤੇ ਹੋ ਕੀ ਰਿਹਾ, ਉਹਨੇ ਤੱਤਾਂ ਦੀ ਹੀ ਘਾਟ ਆ ਰਹੀ ਹੈ ਜ਼ਿਆਦਾਤਰ। ਤੁਸੀਂ ਵੇਖਿਆ ਹੋਣਾ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ, ਕਣਕ ਦੇ ਵਿੱਚ ਮੈਗਨੀਜ਼ ਦੀ ਘਾਟ। ਹੋ ਕੀ ਰਿਹਾ, ਉਹੀ ਦੋ ਫਸਲਾਂ ਨੇ ਤੇ ਉਹੀ ਘਾਟ ਆ ਰਹੀ ਹੈ। ਸਾਡੇ ਵਿਚਕਾਰ ਫਾਰਮਰ ਨੇ ਬਹੁਤ ਸਾਰੇ, ਮੇਰੇ ਨਾਲ ਹੀ ਡਾਕਟਰ ਸਾਹਿਬ ਮੇਰਾ ਨਾਂ ਕਰਮਜੀਤ ਸਿੰਘ ਹੈ ਜੀ, ਪਿੰਡ ਮੇਰਾ ਘੁੜਕਾ ਹੀ ਆ। ਅਤੇ ਬਾਕੀ ਮੈਂ ਇਸੇ ਵਿਸ਼ੇ 'ਤੇ ਇਹ ਗੱਲ ਕਰਨੀ ਜੀ ਵੀ ਜ਼ਿਮੀਂਦਾਰ ਕਿਸਾਨ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਤਾਂ ਨਿਕਲਣ ਨੂੰ ਤਿਆਰ ਆ, ਪਰ ਉਹਨੂੰ ਕੋਈ ਮੂਹਰੇ ਮੰਡੀਕਰਨ ਸਿਸਟਮ ਜਿਹੜਾ ਉਹ ਕੋਈ ਸਾਨੂੰ ਮੂਹਰੇ ਦਿਸ ਨਹੀਂ ਰਿਹਾ ਵੀ ਉਹ ਕਿਸਾਨ ਜਾਵੇ ਕਿੱਧਰਲੇ ਪਾਸੇ ਨੂੰ। ਅੱਜ ਕਣਕ ਝੋਨੇ ਦੀ ਖਰੀਦ ਤੋਂ ਬਿਨਾਂ ਹੋਰ ਕੋਈ ਚੀਜ਼ ਦੀ ਕੋਈ ਖਰੀਦ ਨਹੀਂ ਹੋ ਰਹੀ, ਕਿਸਾਨ ਦੀ ਲੁੱਟ ਖਸੁੱਟ ਹੋ ਰਹੀ ਆ। ਅਤੇ ਖੇਤੀ ਦਾ ਧੰਦਾ ਬੜਾ ਹੁਣ ਲਾਹੇਵੰਦ ਨਹੀਂ ਰਿਹਾ, ਬੜਾ ਡਾਊਨ ਆਈ ਜਾਂਦਾ ਇਹ। ਦਿਨ ਪਰ ਦਿਨ ਲੇਬਰ ਦੀ ਸਮੱਸਿਆ, ਹੋਰ ਖਾਦਾਂ ਦੀ ਸਮੱਸਿਆ, DAP ਨਹੀਂ ਮਿਲ ਰਿਹਾ, ਯੂਰੀਆ ਨਹੀਂ ਮਿਲ ਰਿਹਾ, ਇਹਨਾਂ ਚੀਜ਼ਾਂ ਨੇ ਠੇਕੇ ਵਧੀ ਜਾਂਦੇ ਰਾਤ ਪਰ ਹਰ ਸਾਲ। ਅਤੇ ਸਮੱਸਿਆਵਾਂ ਜਿਹੜੀ ਖੇਤੀ ਲਈ ਬਹੁਤ ਘਾਟੇ ਗਾਂਹ ਦੀ ਗਾਂਹ ਅੱਗੇ ਤੋਂ ਸਮਾਂ ਆਈ ਜਾਂਦਾ। ਸੋ ਅਗਲੇ ਕਿਸਾਨ ਵੀਰ ਨੇ ਸਾਡੇ ਕੋਲ ਨੌਜਵਾਨ ਕਾਫੀ ਵੰਨਸਵੰਤਾ, ਇਹਨਾਂ ਦੀ ਖੇਤ ਦੇ ਵਿੱਚ ਹੀ ਅਸੀਂ ਖੜੇ ਹਾਂ। ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਜੀ, ਕੀ ਆ? ਹਾਂਜੀ, ਕੁਲਜੀਤ ਸਿੰਘ ਹੈ ਜੀ ਮੇਰਾ ਨਾਂ, ਪਿੰਡ ਘੁੜਕਾ। ਹਾਂਜੀ ਹਾਂਜੀ, ਕੀ ਵੰਨਸਵੰਤਾ ਲਿਆਂਦੀ ਹੋਈ ਹੈ? ਅਸੀਂ ਥੋੜ੍ਹੇ ਗੋਭੀ ਲਗਾਈ ਹੋਈ ਆ ਹਾਂਜੀ, ਤੇ ਨਾਲ ਕੁਝ ਪਿਆਜ਼ ਹੁਣ ਅੱਗੇ ਬੀਜਣਾ ਆ। ਹਾਂ, ਤੇ ਸਾਰਾ ਕੁਝ ਹੀ ਦੱਸ ਦਿਓ ਕੀ ਲਾਇਆ ਹੈ, ਹਾਂਜੀ, ਕਿਉਂਕਿ ਤੁਹਾਡਾ ਖੇਤ ਦੇਖ ਕੇ ਸਾਨੂੰ ਨਾ ਬੜਾ ਮਜ਼ਾ ਆਇਆ, ਹਾਂਜੀ, ਕਿਉਂਕਿ ਇੰਨਾ ਕੁਝ ਲਾਇਆ ਹੋਇਆ ਤੁਸੀਂ ਹਾਂਜੀ। ਵੀ ਦੇਖ ਕੇ ਰੂਹ ਖੁਸ਼ ਹੁੰਦੀ ਆ। ਕੁਛ ਅਸੀਂ ਕਾਲੀ ਕਣਕ ਬੀਜੀ ਹੋਈ ਆ ਅੱਧਾ ਖੇਤ, ਇੱਕ ਔਰ ਜਿੱਦਾਂ ਆਰਗੈਨਿਕ ਉਹ ਲਾਈ ਹੋਈ ਆ 2.5 ਖੇਤ ਸਾਡੇ ਕੋਲ ਹੈਗੇ ਉਹ। ਤੇ ਬਾਕੀ ਥੋੜ੍ਹਾ ਅਸੀਂ ਸਬਜ਼ੀ ਵੱਲ ਨੂੰ ਜਾਂਦੇ ਤਾਂ ਹੈਗੇ ਆ, ਪਰ ਜਦੋਂ ਰੇਟ ਨਹੀਂ ਮਿਲਦਾ ਤਾਂ ਉਹਦੇ ਕਰਕੇ ਫਿਰ ਸਾਨੂੰ ਉਹ ਵੀ ਛੱਡਣਾ ਪੈਂਦਾ। ਤੁਸੀਂ ਇਹ ਗੱਲ ਮੰਨਦੇ ਹੋ ਵੀ ਜਿਹੜੀ ਵੰਨਸਵੰਤਾ ਲਿਆ ਕੇ ਹਾਂਜੀ, ਅਸੀਂ ਜਿਹੜੇ ਸਾਡੇ ਕੁਦਰਤੀ ਸਰੋਤ ਆ, ਹਵਾ ਪਾਣੀ ਤੇ ਮਿੱਟੀ, ਇਹਨੂੰ ਬਚਾ ਸਕਦੇ ਹਾਂ? ਜਿੱਦਾਂ ਹੁਣ ਆਪਾਂ ਫਸਲ ਬਦਲਦੇ ਆ, ਇੱਕ ਤਾਂ ਸਾਨੂੰ ਕੱਖ ਦੀ ਜਿਹੜੀ ਪ੍ਰੋਬਲਮ ਹੈ, ਜਿੱਦਾਂ ਹੁਣ ਛਿੱਟੀ ਵਗੈਰਾ ਦੀ ਆ, ਉਹ ਤੋਂ ਬਹੁਤ ਫਰਕ ਪੈਂਦਾ ਆ। ਉਹ ਦਵਾਈਆਂ ਨਹੀਂ ਸਾਨੂੰ ਪਾਉਣੀਆਂ ਪੈਂਦੀਆਂ। ਜੀ। ਫਿਰ ਜੇ ਹੁਣ ਅਸੀਂ ਕਮਾਦ ਬੀਜਦੇ ਆ, ਉਹਦਾ ਵੀ ਜਿਹੜਾ ਕੂੜਾ ਕਟਕਰ ਵਿੱਚ ਬਾਹ ਹੋ ਜਾਂਦਾ, ਫਿਰ ਉਹ ਵੀ ਸਾਨੂੰ ਉਹਦਾ ਵੀ ਖਾਦ ਦਾ ਹੀ ਕੰਮ ਕਰਦਾ ਆ। ਸੋ ਕੁਲਜੀਤ ਸਿੰਘ ਹੁਣਾਂ ਨੂੰ ਥੋੜ੍ਹਾ ਜਿਹਾ ਪੁੱਛਾਂਗੇ ਕਿ ਹਵਾ ਪਾਣੀ ਤੇ ਮਿੱਟੀ ਨੂੰ ਬਚਾਉਣ ਦੀ ਸਮੇਂ ਦੀ ਲੋੜ ਹੈ ਜਾਂ ਨਹੀਂ ਹੁਣ? ਹਾਂਜੀ, ਸਮੇਂ ਦੀ ਲੋੜ ਤਾਂ ਇਹੀ ਆ ਵੀ ਆਪਾਂ ਪਾਣੀ ਦਾ, ਹਵਾ ਦਾ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਹ ਘੱਟ ਹੋਵੇ। ਉਹਦੇ ਲਈ ਸਾਨੂੰ ਚਾਹੀਦਾ ਕੁਛ ਦਰਖਤ ਲੱਗਣ। ਅਤੇ ਜਿੱਦਾਂ ਹੁਣ ਪਾਣੀ ਆ ਝੋਨੇ ਦੇ ਵਿੱਚ ਸਾਡਾ ਬਹੁਤ ਵੇਸਟ ਜਾਂਦਾ, ਉਹ ਥੋੜ੍ਹਾ ਜਿਹਾ ਰਕਬਾ ਘੱਟ ਜਾਵੇ ਤਾਂ ਥੋੜ੍ਹਾ ਜਿਹਾ ਸਾਨੂੰ ਕੋਈ ਦਾਲਾਂ ਜਾਂ ਮੱਕੀ ਦਾ ਹੋ ਜਾਵੇ, ਉਹ ਬੀਜ ਹੋਵੇ ਤਾਂ ਉਹਦੇ ਨਾਲ ਥੋੜ੍ਹਾ ਸਾਡਾ ਵਧੀਆ ਹੋ ਸਕਦਾ ਆ। ਅਤੇ ਉਹਦੇ ਲਈ ਚਲੋ ਮੰਡੀਕਰਨ ਦਾ ਥੋੜ੍ਹਾ ਜਿਹਾ ਹੋ ਜਾਵੇ ਤਾਂ ਸਾਡੇ ਲਈ ਸਭ ਤੋਂ ਵਧੀਆ ਆ। ਅਤੇ ਫਿਰ ਉਹਦੇ ਨਾਲ ਹੋਰ ਜ਼ਿਆਦਾ ਸਾਰਿਆਂ ਨੂੰ ਉਤਸ਼ਾਹ ਮਿਲੂਗਾ ਵੀ ਅਸੀਂ ਜੇ ਹੁਣ ਮੂੰਗੀ ਵਗੈਰਾ ਬੀਜਦੇ ਹਾਂ ਤਾਂ ਉਹਦਾ ਸਾਡਾ ਹਰਾ ਖਾਦ ਵੀ ਬਣ ਸਕਦਾ ਆ। ਲਾਉਣੀ ਚਾਹੀਦੀ ਹੈ ਸਾਰਿਆਂ ਨੂੰ। ਹਾਂਜੀ, ਨਹੀਂ ਚਾਹੀਦੀ ਆ ਜੀ। ਸੋ ਦੇਖੋ ਕਿਸਾਨ ਵੀਰੋ, 2 ਮਹੀਨੇ ਸਾਡੇ ਕੋਲ ਝੋਨੇ ਤੋਂ ਪਹਿਲਾਂ ਇੰਨੇ ਵਧੀਆ ਹੁੰਦੇ ਆ ਜਿਹਦੇ ਵਿੱਚ ਅਸੀਂ ਮਿੱਟੀ ਦੀ ਸਿਹਤ ਨੂੰ ਸੰਭਾਲ ਸਕਦੇ ਹਾਂ, ਸੁਧਾਰ ਵੀ ਸਕਦੇ ਹਾਂ ਉਹਨੂੰ। ਹਰੀ ਖਾਦ ਕੋਈ ਨਾ ਕੋਈ, ਅਸੀਂ ਮੂੰਗੀ ਹੋਈ, ਮਾਹ ਹੋਇਆ, ਰਵਾਹ ਹੋਏ, ਸਣ ਹੋਇਆ, ਜੰਤਰ ਹੋਇਆ, ਢੈਂਚਾ ਹੋਇਆ, ਇਹਨਾਂ ਨੂੰ ਲਾ ਕੇ ਅਸੀਂ ਮਿੱਟੀ ਦੀ ਬਣਤਰ ਨੂੰ ਸੁਧਾਰ ਸਕਦੇ ਹਾਂ। ਆਪ ਹੀ ਮੰਨਦੇ ਆ ਕੁਲਜੀਤ ਸਿੰਘ ਕਿ ਬਹੁਤ ਵਧੀਆ ਉਹਦੇ ਨਾਲ ਅੱਗੇ ਫਸਲ 'ਤੇ ਵੀ ਅਸਰ ਪੈਂਦਾ ਚੰਗਾ। ਸੋ ਕੁਲਜੀਤ ਸਿੰਘ ਜੀ, ਤੁਸੀਂ ਗੱਲ ਕੀਤੀ ਹੈ ਦਰਖਤ ਲਾਉਣ ਦੀ। ਪਿੱਛੇ ਜੇ ਤੁਸੀਂ ਦਰਖਤ ਕਾਫੀ ਤਿਆਰ ਕਰਕੇ ਕਿਸਾਨ ਵੀਰਾਂ ਨੂੰ ਅੱਗੇ ਵੰਡੇ ਆ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਜਿੱਦੇ ਦਰਖਤ ਅਸੀਂ ਕਾਫੀ ਤੇ ਨਹਿਰ 'ਤੇ ਵੀ ਲਾਏ ਆ, ਰਸਤੇ 'ਤੇ ਵੀ, ਪਿੰਡ ਵੀ ਲਾਏ ਆ, ਪਰ ਉਹਦੇ ਵਿੱਚ ਇੱਦਾਂ ਵੀ ਬੂਟੇ ਉਹ ਬਚਦੇ ਨਹੀਂ ਹੈਗੇ। ਅਤੇ ਹੁਣ ਕੋਸ਼ਿਸ਼ ਤਾਂ ਸਾਰਿਆਂ ਦੀ ਇਹੀ ਆ, ਜਿੱਦਾਂ ਹੁਣ ਮੌਸਮ ਦਾ ਫਰਕ ਪੈ ਰਿਹਾ ਆ, ਜੇ ਦਰਖਤ ਲੱਗਣਗੇ, ਹਵਾ ਸਾਫ਼ ਹੋਊਗੀ ਤਾਂ ਹੁਣ ਜਦੋਂ ਸਾਡੀ ਫਸਲ ਕੱਟਣ ਵਾਲੀ ਹੁੰਦੀ ਆ, ਬਾਰਿਸ਼ਾਂ ਉਦੋਂ ਸ਼ੁਰੂ ਹੋ ਜਾਂਦੀਆਂ। ਉਹ ਸਾਰੀ ਮੌਸਮ ਦੀ ਜਿਹੜੀ ਜੋ ਤਬਦੀਲੀ ਹੋਈ ਆ ਉਹਦੇ ਕਰਕੇ ਹੋ ਰਿਹਾ। ਜੇ ਦਰਖਤ ਲੱਗਣਗੇ, ਹਵਾ ਸਾਫ਼ ਹੋਊਗੀ ਤਾਂ ਵਧੀਆ ਰਹੂਗਾ ਮੌਸਮ। ਸੋ ਅਗਲੇ ਕਿਸਾਨ ਆ ਜਾਓ। ਮੈਂ ਹਰਪ੍ਰੀਤ ਸਿੰਘ, ਪਿੰਡ ਘੁੜਕਾ। ਮੈਂ ਇਹੀ ਕਹਿਣਾ ਚਾਹੁੰਦਾ ਡਾਕਟਰ ਸਾਹਿਬ ਨੂੰ, ਚਲੋ ਜਿੱਦਾਂ ਇਹ ਕਹਿੰਦੇ ਬਹੁਤ ਵਧੀਆ ਗੱਲ ਆ, ਅਸੀਂ ਵੀ ਸਭ ਕੁਝ ਕਰਨਾ ਜਿੱਦਾਂ ਇਹ ਕਹਿੰਦੇ ਕਰਨਾ ਚਾਹੁੰਦੇ ਹਾਂ, ਪਰ ਸਾਡੀ ਮਜਬੂਰੀ ਆ, ਕੀ ਕਰੀਏ ਹੁਣ। ਇੱਕ ਤਾਂ ਫਸਲਾਂ ਦੇ ਰੇਟ ਨਹੀਂ ਦੇ ਰਿਹਾ ਕੋਈ, ਫਿਰ ਠੇਕੇ ਵਾਲੇ ਨੇ ਠੇਕਾ ਲੈਣਾ, ਲੇਬਰ ਵਾਲਾ ਲੇਬਰ ਲੈ ਲੈਂਦਾ। ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਜਵਾਬ ਦੇਣਾ ਚਾਹੁੰਦੇ ਨੇ ਡਾਕਟਰ ਅਮਨਦੀਪ ਜੀ? ਆਪਾਂ ਜੱਟ ਜ਼ਿਮੀਂਦਾਰ ਭਰਾ ਜਿੰਨੇ ਵੀ ਇੱਥੇ ਹੈਗੇ ਨੇ, ਤੁਸੀਂ ਦੇਖੋ ਪੰਜਾਬ ਦਾ ਕਿੰਨਾ ਏਕੜ ਏਰੀਆ ਵਾ। ਤੁਸੀਂ ਹੁਣ ਇਸ ਵੇਲੇ ਸਰੋਂ ਦੇ ਤੇਲ ਦਾ ਰੇਟ ਵੇਖੋ, ਕਿੰਨੇ ਕੁ ਕਿਸਾਨ ਵੀਰਾਂ ਨੇ ਆਪਣੇ ਖਾਣ ਲਈ ਸਰੋਂ ਦਾ ਤੇਲ ਲਾਇਆ ਹੋਇਆ, ਚਾਹੇ ਫਿਰ ਆਪਣੇ ਘਰ ਦੀ ਸਬਜ਼ੀ ਲਾਈ ਹੋਈ ਹੈ। ਬੜਾ ਦੁੱਖ ਹੁੰਦਾ ਵਾ ਜਦ ਕੋਈ ਕਿਸਾਨ ਵੀਰ ਕਿਸੇ ਦੇ ਹੱਟੀ ਤੋਂ ਜਾਂ ਪ੍ਰਵਾਸੀ ਮਜ਼ਦੂਰ ਤੋਂ ਜਾ ਕੇ ਸਬਜ਼ੀ ਖਰੀਦਦਾ ਵਾ।
ਤਾਂ ਤੁਸੀਂ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਰਾ ਹੀ ਕਣਕ ਝੋਨੇ ਦੇ ਚੱਕਰ ਦੇ ਵਿੱਚ ਨਿਕਲ ਜਾਓ, ਪਰ ਘਰ ਦੇ ਲਈ ਘੱਟੋ ਘੱਟ ਆਪਦੇ ਲਈ ਤਾਂ ਉਨਾ ਕੁ ਅੱਧਾ ਏਕੜ ਦੇ ਵਿੱਚ ਜਾਂ 4 ਕਨਾਲ ਜੋ ਵੀ ਤੁਹਾਨੂੰ ਠੀਕ ਲੱਗਦੀ ਹੈ, ਉਹ ਘਰ ਦੇ ਲੋੜ ਦੇ ਲਈ ਤਾਂ ਆਪਣੀ ਉਜਾ ਲਓ। ਮੈਂ ਇੱਥੇ ਬਹੁਤ ਵਧੀਆ ਲੱਗਦਾ ਖੇਤ ਦੇ ਵਿੱਚ ਆ ਕੇ ਇਹਨਾਂ ਨੇ ਆਪਣਾ ਗੰਢੇ ਲਾਏ ਹੋਏ ਆ, ਕੁਛ ਉਹਨਾਂ ਨੇ ਆਪਦੇ ਖਾਣ ਲਈ ਹਲਦੀ ਲਾਈ ਹੋਈ ਆ, ਕੁਛ ਕੁ ਏਰੀਆ ਤੁਸੀਂ ਆਪਣਾ ਕੱਢ ਕੇ ਆਪਣੇ ਪਰਿਵਾਰ ਦੀ ਹੀ ਲੋੜ ਪੂਰੀ ਕਰ ਲਓਗੇ ਤਾਂ ਲਗਭਗ ਪੰਜਾਬ ਦੀ ਜਿਹੜੀ ਕਿੰਨੇ ਹੀ ਏਕੜ ਜ਼ਮੀਨ ਆ ਉਹ ਕੁਦਰਤੀ ਖੇਤੀ ਅਧੀਨ ਆਪਣੇ ਆਪ ਹੀ ਆ ਜਾਣੀ ਹੈ। ਕਿਸਾਨਾਂ ਦੇ ਨਾਲ ਖੇਤੀਬਾੜੀ ਮਹਿਕਮਾ ਮੌਜੂਦ ਹੈ, ਜੇ ਟ੍ਰੇਨਿੰਗ ਚਾਹੀਦੀ ਆ ਜਾਂ ਕੁਛ ਚਾਹੀਦੀ ਆ ਉਹ ਤੁਹਾਨੂੰ ਦੇਵਾਂਗੇ ਅਸੀਂ, ਉਹ ਵੀ ਫ੍ਰੀ ਆਫ ਕੋਸਟ। ਜਾਂ ਕਿਤੇ ਸਿੱਖਣਾ ਚਾਹੁੰਦੇ ਹੋ ਉਹਦੇ ਲਈ ਟ੍ਰੇਨਿੰਗ ਹੋਗੀ, ਚਾਹੇ ਫਿਰ ਉਸਦੇ ਸੰਬੰਧੀ ਤੁਹਾਨੂੰ ਕੋਈ ਸਰਟੀਫਿਕੇਟ ਵੀ ਚਾਹੀਦਾ ਵਾ ਕਿਸੇ ਲਈ, ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਂਗੇ। ਮਨਿੰਦਰਪਾਲ ਸਿੰਘ ਨੇ ਜੀ ਸਾਡੇ ਕੋਲ ਘੁੜਕਾ ਪਿੰਡ ਦੇ, ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਦਾ ਕੀ ਸਵਾਲ ਹੈ ਜਾਂ ਕੀ ਸੁਝਾਅ ਦੇਣਾ ਚਾਹੁੰਦੇ ਆ ਸਾਨੂੰ ਕੁਦਰਤੀ ਸਰੋਤਾਂ ਨੂੰ ਸਾਂਭਣ ਦੇ ਲਈ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗੁਰਜਿੰਦਰ ਸਿੰਘ ਆ ਅਤੇ ਮੈਂ ਕਣਕ ਝੋਨੇ ਕਮਾਦ ਦੀ ਖੇਤੀ ਕਰਦਾ। ਅਸੀਂ ਪਾਣੀ ਬਚਾਉਣ ਲਈ ਕੁਛ ਜਿੱਦਾਂ ਇੱਕ ਮੋਟਰ 'ਤੇ 10 ਕਿੱਲੇ ਜੇ ਕਣਕ ਝੋਨੇ ਦੇ ਆ ਤਾਂ ਅਸੀਂ ਉਹ 2 ਤੋਂ 3 ਖੱਤੇ ਕਮਾਦ ਦੇ ਕਰ ਦਈਦੇ ਆ। ਉਹਦੇ ਨਾਲ ਪਾਣੀ ਦੀ ਕਾਫੀ ਬਚਤ ਹੋ ਜਾਂਦੀ ਆ ਅਤੇ ਕੁਛ ਆਪਣੇ ਲਈ ਸਰੋਂ ਬੀਜ ਲਈਦੀ ਆ ਅਤੇ ਕੁਛ ਆਪਣੇ ਜੋਗੀਆਂ ਸਬਜ਼ੀਆਂ ਬੀਜ ਲਈਦੀਆਂ। ਉਹਦੇ ਨਾਲ ਕਾਫੀ ਪਾਣੀ ਦੀ ਬਚਤ ਹੋ ਜਾਂਦੀ ਆ। ਜੇ 10 ਕਿੱਲੇ ਆ ਤਾਂ 4 ਕਿੱਲੇ ਆਪਣੇ ਪਾਣੀ ਬਚ ਜਾਂਦਾ 4 ਕਿੱਲਿਆਂ ਦਾ। ਸੋ ਮੈਨੂੰ ਇੱਥੇ ਹੀ ਦੱਸੋ, ਠੀਕ ਆ ਤੁਸੀਂ ਬਹੁਤ ਵਧੀਆ ਦੱਸਿਆ ਕਿ ਥੋੜ੍ਹਾ ਜਿਹਾ ਰਕਬਾ ਤੁਸੀਂ ਜ਼ਰੂਰ ਫਸਲੀ ਵਿਭਿੰਨਤਾ ਦੇ ਥੱਲੇ ਲਿਆਉਂਦੇ ਆ ਜਿਹਦੇ ਨਾਲ ਸਾਡੇ ਕੁਦਰਤੀ ਸਰੋਤ ਉਹਨਾਂ ਦੀ ਬਚਤ ਰਹਿੰਦੀ ਹੈ। ਸੋ ਸਾਡੇ ਕਿਸਾਨ ਵੀਰ ਜਿਹੜੇ ਪੰਜਾਬ ਦੇ, ਕੋਈ ਸੁਨੇਹਾ ਦਿਓ ਉਹਨਾਂ ਨੂੰ ਵੀ ਇੱਦਾਂ ਦਾ ਉਹਨਾਂ ਨੂੰ ਵੀ ਕਰਨਾ ਚਾਹੀਦਾ, ਜਾਂ ਜਿਹੜੀ ਜ਼ਮੀਨ ਦੇ ਵਿੱਚ ਹਰੀ ਖਾਦ ਵੀ ਬੀਜਣੀ ਚਾਹੀਦੀ ਆਉਣ ਵਾਲੇ ਲੰਬੇ ਸਮੇਂ ਲਈ ਜੇ ਇਹਨੂੰ ਚਲਾਉਣਾ ਤਾਂ। ਬੀਜਣੀ ਤਾਂ ਚਾਹੀਦੀ ਆ ਜ਼ਰੂਰ, ਜਿੱਦਾਂ ਜੰਤਰ ਹੋ ਗਿਆ ਜੀ, ਉਸ ਵੇਲੇ ਲਾਈਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਉਹਨੂੰ ਵੀ 3 ਤੋਂ 4 ਪਾਣੀ ਚਾਹੀਦੇ ਆ ਜੇ ਆਪਾਂ ਜੰਤਰ ਖੱਤਿਆਂ ਦੇ ਵਿੱਚ ਵਾਹੁਣਾ ਤਾਂ। ਪਰ ਉਦੋਂ ਲਾਈਟ ਨਹੀਂ ਹੁੰਦੀ, ਇਸ ਕਰਕੇ ਇੱਕ ਸਮਾਂ ਵੀ ਥੋੜ੍ਹਾ ਘੱਟ ਹੁੰਦਾ, ਉਹਦੇ ਕਰਕੇ ਨਹੀਂ ਆ ਸਕਦਾ। ਆਪਣੇ ਜੋ ਇਸ ਵੇਲੇ ਮਾਹੌਲ ਚੱਲ ਰਿਹਾ ਇਹਦੇ ਵਿੱਚ ਤਾਂ ਇਹੀ ਆ, ਜੇ ਕੋਈ 50 ਖੇਤ ਦੀ ਖੇਤੀ ਕਰਦਾ ਤਾਂ ਉਹ 10 ਖੱਤੇ ਕਣਕ ਝੋਨੇ ਥੱਲਿਓਂ ਕੱਢ ਲਵੇ, ਕੋਈ ਹੋਰ ਫਸਲ ਬੀਜੇ, ਉਹਦੇ 'ਚ ਕਮਾਦ ਬੀਜ ਲਵੇ, ਕੋਈ ਦਾਲ ਸਬਜ਼ੀ ਬੀਜ ਲਵੇ, ਅਤੇ ਉਹਦੇ ਨਾਲ ਕਾਫੀ ਆਪਣੇ ਫਰਕ ਪੈ ਸਕਦਾ। ਮੇਰਾ ਨਾਮ ਸੁਖਜੀਤ ਸਿੰਘ ਹੈ ਜੀ, ਪਿੰਡ ਮੇਰਾ ਘੁੜਕਾ ਜੀ। ਮੈਂ ਆਪਣੇ ਕਿਸਾਨ ਭਰਾਵਾਂ ਨੂੰ ਅਤੇ ਸਾਰਿਆਂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਹੁਣ ਸਾਡੇ ਨਗਰ ਵਿੱਚ ਬਹੁਤ ਨੌਜਵਾਨ ਵੀਰਾਂ ਨੇ ਬੂਟੇ ਲਾਏ, ਪਰ ਲਾ ਤਾਂ ਸਾਰਿਆਂ ਨੇ ਦਿੱਤੇ ਆ। ਉਸ ਟਾਈਮ ਸਾਰੇ ਆਣ ਕੇ ਫੋਟੋਆਂ ਖਿਚਾ ਕੇ ਸਾਰੇ ਤੁਹਾਡੇ ਕਹਿਣ ਮੂੰਹ ਚਲ ਜਾਂਦੇ ਆ। ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਨਗਰ ਦੇ ਨੌਜਵਾਨ ਆ, ਵੀ ਜਿਹੜੇ ਚਲੋ ਕੰਮਾਂ ਕਾਰਾਂ 'ਤੇ ਵੀ ਜਾਣਾ ਜ਼ਰੂਰੀ ਆ, ਪਰ ਜੇ ਆਪਾਂ ਲਾਇਆ ਉਹਨਾਂ ਦੀ ਆਪਾਂ ਦੇਖ ਰੇਖ ਕਰਾਂਗੇ ਤਾਂ ਫੇਰ ਹੀ ਉਹ ਵਧਣ ਫੁੱਲਣਗੇ ਨਾ। ਬਾਕੀ ਜਿਹੜੇ ਸਾਡੇ ਹੁਣ ਕਿੱਦਾਂ ਸਤਿਕਾਰਯੋਗ ਸਾਡੇ ਮੇਰੇ ਭਾਜੀ ਜੀ ਕੁਲਜੀਤ ਸਿੰਘ, ਇਹਨਾਂ ਨੇ ਕਾਫੀ ਬੂਟੇ ਤਿਆਰ ਕਰਕੇ ਲੋਕਾਂ ਨੂੰ ਦਿੱਤੇ ਲਾਉਣ ਲਈ, ਪਰ ਉਹ ਲਾ ਦਿੰਦੇ ਆ, ਉਹਨਾਂ ਦੀ ਦੇਖ ਰੇਖ ਨਹੀਂ ਕਰਦੇ। ਹੁਣ ਆਪਾਂ ਮੰਨ ਲਓ ਫਸਲ ਕੋਈ ਵੀ ਲਾਉਂਦੇ ਆ, ਉਹਨੂੰ ਕੋਈ ਬਿਮਾਰੀ ਲੱਗਦੀ ਉਹਨੂੰ ਆਪਾਂ ਸਪਰੇਅ ਕਰਦੇ ਆ ਜਾਂ ਕੋਈ ਉਹਨੂੰ ਦਵਾਈ ਪਾਉਂਦੇ ਆ, ਸੁੰਡੀ ਲੱਗਦੀ ਜਾਂ ਕੁਝ ਵੀ ਇਸ ਤਰ੍ਹਾਂ। ਜੇ ਉਸ ਬੂਟਿਆਂ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਨੂੰ ਉਹਨਾਂ ਦੀ ਵੀ ਦੇਖ ਰੇਖ ਕਰਨੀ ਚਾਹੀਦੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ। ਬਹੁਤ ਅੱਛੀ ਗੱਲ ਤੁਸੀਂ ਕਹੀ ਹੈ ਕਿ ਬੂਟੇ ਨਗਰ ਦੇ ਵਿੱਚ ਲਾ ਤਾਂ ਆਪਾਂ ਦਿੰਦੇ ਹਾਂ, ਪਰ ਨੌਜਵਾਨਾਂ ਨੂੰ ਸਾਂਭਣ ਦੀ ਲੋੜ ਆ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਹੀ ਅਸੀਂ ਹਵਾ ਪਾਣੀ ਅਤੇ ਮਿੱਟੀ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਮੇਰਾ ਨਾਮ ਭੁਪਿੰਦਰ ਸਿੰਘ ਹੈ, ਮੈਂ ਪਿੰਡ ਘੁੜਕਾ, ਜ਼ਿਲ੍ਹਾ ਜਲੰਧਰ, ਤਹਿਸੀਲ ਫਲੌਰ ਤੋਂ ਜੀ ਗੱਲ ਕਰ ਰਿਹਾ। ਮੈਂ ਕਿਹਾ ਪ੍ਰਦੂਸ਼ਣ ਬਚਾਉਣ ਲਈ ਸਾਰਿਆਂ ਕਿਸਾਨਾਂ ਨੂੰ ਮੈਂ ਸੁਝਾਅ ਦੇਣਾ ਚਾਹੁੰਦਾ ਕਿ ਆਪਾਂ ਮੱਕੀ ਲਾਈਏ, ਕਣਕ ਝੋਨੇ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋ ਜਾਂਦਾ, ਗੰਨਾ ਲਾਈਏ, ਨਾਲ ਨਾਲ ਆਪਣੇ ਹੋਰ ਫਸਲਾਂ ਲਾਈਏ, ਦਾਲਾਂ ਲਾਈਏ, ਕਿਉਂਕਿ ਆਪਾਂ ਨੂੰ ਪਾਣੀ, ਹਵਾ, ਸ਼ੁੱਧ ਆਕਸੀਜਨ ਦੀ ਬਹੁਤ ਲੋੜ ਹੈ। ਨਾਲ ਨਾਲ ਦਰਖਤ ਲਾਈਏ, ਕਿਉਂਕਿ ਸਾਰੇ ਭਰਾ ਲਾਉਣ, 1-2 ਖੱਤੇ ਵੀ ਆਪਾਂ ਮੱਕੀ ਦੇ ਲਾਈਏ, ਅਤੇ ਜੇ ਆਪਾਂ 50 ਖੱਤੇ ਝੋਨੇ ਦੇ ਲਾ ਸਕਦੇ ਹਾਂ, ਸਾਰੇ 2 ਮੱਕੀ ਦੇ ਖੱਤੇ ਲਾਈਏ ਤਾਂ ਮੱਕੀ ਦਾ ਰੇਟ ਅੱਜ ਮੈਂ ਆਟਾ 35 ਰੁਪਏ ਲੈ ਕੇ ਆਇਆ। ਅਤੇ ਜੇ ਸਾਡੀ ਮੱਕੀ ਦਾ ਰੇਟ ਚਲੋ ਘੱਟ ਵੀ ਆ ਅਤੇ ਆਪਾਂ ਉਹਨੂੰ ਜਾਂ ਸੁਕਾ ਕੇ ਵੇਚਾਂਗੇ ਜਾਂ ਆਪਾਂ ਰੱਖ ਕੇ ਵੇਚਾਂਗੇ, ਆਪਾਂ ਪੂਰਾ ਮੁੱਲ ਲੈ ਸਕਦੇ ਹਾਂ। ਤਾਂ ਮੈਂ ਇਹ ਕਿਸਾਨ ਵੀਰਾਂ ਨੂੰ ਚਾਹੁੰਦਾ ਸਾਰੀਆਂ ਫਸਲਾਂ ਬਰਾਬਰ ਕਰ ਦਈਏ, ਗੰਨਾ ਅਤੇ ਝੋਨਾ ਘਾਟਾ ਕਰ ਦਈਏ, ਕਿਉਂਕਿ ਸਰਕਾਰਾਂ ਝੋਨਾ ਚੱਕ ਵੀ ਨਹੀਂ ਰਹੀਆਂ ਹੈ ਅਤੇ ਆਪਾਂ ਘੱਟ ਕੀਮਤ 'ਤੇ ਝੋਨਾ ਦਿੰਦੇ ਹਾਂ। ਅਤੇ ਜੇ ਆਪਾਂ ਪਾਣੀ ਵੀ ਬਚਾਉਣਾ ਨਾਲ ਨਾਲ ਅਤੇ ਹਵਾ ਸ਼ੁੱਧ ਰੱਖਣੀ, ਨਾਲੇ ਪ੍ਰਦੂਸ਼ਣ ਦਾ ਵੀ ਇਹ 'ਚ ਆਪਾਂ ਲਾਭ ਉਠਾ ਸਕਦੇ ਹਾਂ, ਪ੍ਰਦੂਸ਼ਣ ਘੱਟ ਤੋਂ ਘੱਟ ਹੋਊਗਾ। ਸੋ ਜੇ ਅਸੀਂ ਦਰਖਤ ਲਾ ਲਏ ਨਾ ਤਾਂ ਉਹਦਾ ਫਾਇਦਾ ਇਕੱਲੇ ਨੂੰ ਨਹੀਂ ਹੋਣਾ, ਸਾਰੀ ਲੁਕਾਈ ਨੂੰ ਹੋਣਾ। ਸੋ ਜ਼ਰੂਰੀ ਹੈ ਆਪਾਂ ਫਸਲੀ ਵਿਭਿੰਨਤਾ ਲਿਆ ਕੇ ਉਹਦੇ ਵਿੱਚ ਜੰਗਲਾਤ ਨੂੰ ਵੀ ਅਹਿਮੀਅਤ ਦਈਏ, ਜੰਗਲਾਤ ਵਾਲੇ ਦਰਖਤ ਲਗਾਈਏ, ਪਾਪੂਲਰ ਲਗਾ ਲਈਏ, ਭਾਵੇਂ ਲੱਕੜ ਵੀ ਦਿੰਦਾ, ਹਵਾ ਵੀ ਸ਼ੁੱਧ ਦਿੰਦਾ ਸਾਨੂੰ, ਸਫੈਦਾ ਵੀ ਲਾ ਲਈਏ ਭਾਵੇਂ ਉਹ ਵੀ ਸਾਨੂੰ ਲੱਕੜ ਵੀ ਦਿੰਦਾ, ਫਾਇਦਾ ਵੀ ਦਊਗਾ।
ਸੋ ਥੋੜ੍ਹਾ ਥੋੜ੍ਹਾ ਰਕਬਾ ਇਹਨਾਂ ਫਸਲਾਂ ਥੱਲੇ ਜ਼ਰੂਰ ਲਿਆਈਏ। ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ਭੁਪਿੰਦਰ ਸਿੰਘ ਜੀ। ਤੁਸੀਂ ਮਿੱਟੀ ਨੂੰ ਸੁਧਾਰਨ ਦੇ ਲਈ ਕਾਫੀ ਉਪਰਾਲਾ ਕੀਤਾ। ਤੁਸੀਂ ਪਿਛਲੇ ਸਮੇਂ ਦੇ ਵਿੱਚ ਇੱਕ ਸੁਪਰ ਸੀਡਰ ਲਿਆ ਸੀ, ਫਾਇਦਾ ਹੋਇਆ ਉਹਦਾ? ਫਾਇਦਾ ਤਾਂ ਹੋਇਆ, ਪਰ ਕੀਮਤ ਬਹੁਤ ਹੈ, ਕੋਈ ਸਬਸਿਡੀ ਨਹੀਂ ਮਿਲੀ ਪ੍ਰਦੂਸ਼ਣ ਕਰਕੇ ਹਵਾ ਸ਼ੁੱਧ ਰੱਖਣ ਵਾਸਤੇ। ਬਾਕੀ ਆਪਾਂ ਜਿੰਨਾ ਇਹ ਸੁਪਰ ਸੀਡਰ 'ਤੇ ਖਰਚਾ ਆ ਜਾਂਦਾ ਆ, ਤੇ ਆਪਾਂ ਨਾ ਸਬਸਿਡੀ ਮਿਲਦੀ ਆ, ਤੇ ਲੈ ਕੇ ਘਰ ਰੱਖਣ ਦੇ ਹੀ ਆ ਬਸ। ਜਿਹੜਾ ਪਹਿਲੀਆਂ ਚੀਜ਼ਾਂ ਚੱਲਦੀਆਂ ਉਹ ਸਮਾਂ ਵਧੀਆ ਸੀਗਾ, ਕੋਈ ਇਹਦਾ ਸਾਨੂੰ ਬਾਹਲਾ ਮਸਲਾ ਸੁਪਰ ਸੀਡਰ ਨਹੀਂ ਹੋਇਆ ਹੈਗਾ। ਨਹੀਂ, ਇਕੱਲਾ ਸਬਸਿਡੀ ਨਾ ਮਿਲਣ ਕਰਕੇ ਫਾਇਦਾ ਨਹੀਂ ਹੋਇਆ, ਜਾਂ ਖੇਤਾਂ ਦੇ ਵਿੱਚ ਚਲਾਉਣ ਕਰਕੇ ਫਾਇਦਾ ਨਹੀਂ ਹੋਇਆ? ਦੇਖੋ, ਜਿਹੜਾ ਅਸੀਂ ਖੇਤਾਂ ਵਿੱਚ ਪ੍ਰਦੂਸ਼ਣ ਰੋਕਦੇ ਉਹਨਾਂ ਨਾਲ ਸਾਡਾ ਸੁੰਡੀ ਪੈਂਦੀ ਆ। ਅਸੀਂ ਜੇ ਅੱਗ ਨਹੀਂ ਲਾਉਂਦੇ ਤਾਂ ਸੁੰਡੀ ਪੈਂਦੀ ਆ। ਪਰ ਸਰਕਾਰ ਨੂੰ ਚਾਹੀਦਾ ਇਹ ਪ੍ਰਣਾਲੀ ਗੱਠਾਂ ਬੰਨ੍ਹ ਕੇ ਲਿਜਾਣੀ, ਆਪਣਾ ਨਾ ਉਪਰਾਲਾ ਕਰਨਾ ਚਾਹੀਦਾ। ਹੋਰ ਕੋਈ ਸਕੀਮ ਚੱਲਣੀ ਚਾਹੀਦੀ। ਇਹ ਫੇਲ ਹੋ ਗਈ ਸਕੀਮ ਜਿਹੜੀ ਸੁਪਰ ਸੀਡਰ ਵਾਲੀ। ਭੁਪਿੰਦਰ ਸਿੰਘ ਜੀ, ਸਰਕਾਰ ਨੇ ਨਹੀਂ ਕੁਝ ਵੀ ਕਰਨਾ। ਤੁਹਾਡੇ ਖੇਤ 'ਚ ਗੰਢਾ ਬਣਾਉਣ ਕੌਣ ਆਊਗਾ? ਮੈਨੂੰ ਇਹ ਦੱਸੋ। ਤੁਸੀਂ ਤੁਹਾਨੂੰ ਉਪਰਾਲੇ ਕਰਨੇ ਪੈਣੇ ਆ, ਖੁਦ ਉੱਠਣਾ ਪੈਣਾ। ਕੋਈ ਪਿੰਡ 'ਚੋਂ 10 ਨੌਜਵਾਨ ਇਕੱਠੇ ਹੋ ਕੇ ਮਸ਼ੀਨ ਲਓ ਗੰਢਾ ਬਣਾਉਣ ਵਾਲੀ, ਠੀਕ ਹੈ, ਜਿਹਦੇ ਨਾਲ ਤੁਹਾਡੇ ਪਿੰਡ ਦੀ ਪਰਾਲੀ ਦੀਆਂ ਗੰਢਾਂ ਵੀ ਵੱਜਣ, ਤੇ ਨਾਲ ਦੇ ਪਿੰਡਾਂ 'ਚ ਵੀ ਤੁਸੀਂ ਜਾਓ, ਨਾਲੇ ਤੁਸੀਂ ਪੈਸੇ ਕਮਾਓ। ਕਿੰਨੀ ਵਧੀਆ ਗੱਲ ਆ। ਦੇਖੋ, ਇੱਥੇ ਕੌਣ ਆਊਗਾ ਤੁਹਾਨੂੰ ਦੇਣ? ਨਹੀਂ ਹੋਣਾ ਨਾ। ਸੋ ਜਿੰਨਾ ਵਾਜਬ ਆ ਸਾਨੂੰ ਉਨੀ ਉਮੀਦ ਰੱਖਣੀ ਚਾਹੀਦੀ ਆ। ਸੋ ਬਹੁਤ ਅੱਛੀ ਆਪਣੀ ਡਿਸਕਸ਼ਨ ਚੱਲ ਰਹੀ ਹੈ। ਸੋ ਮੈਂ ਉਮੀਦ ਕਰਦਾ ਇਹ ਡਿਸਕਸ਼ਨ ਆ ਜਿਹੜੀ ਬਹੁਤ ਵਧੀਆ ਸਾਬਤ ਹੋਊਗੀ। ਸੋ ਥੋੜ੍ਹਾ ਸੁਝਾਅ ਆਪਾਂ ਸਾਡੇ ਬਲਾਕ ਅਫਸਰ ਨੇ ਇਹਨਾਂ ਤੋਂ ਲਵਾਂਗੇ ਜ਼ਰੂਰ। ਹਾਂਜੀ, ਅੱਜ ਦੀ ਡਿਸਕਸ਼ਨ ਸੰਬੰਧੀ ਥੋੜ੍ਹਾ ਜਿਹਾ ਕੀ ਕਹਿਣਾ ਚਾਹੋਗੇ ਤੁਸੀਂ? ਬਹੁਤ ਵਧੀਆ ਡਿਸਕਸ਼ਨ ਹੋਈ ਹੈ। ਹਰ ਕਿਸਾਨ ਵੀਰ ਨੇ ਜਿੰਨੇ ਵੀ ਆਪਣੇ ਸੁਝਾਅ ਦਿੱਤੇ ਬਹੁਤ ਵਧੀਆ। ਵਾਕਈ ਆਪਾਂ ਨੂੰ ਥੋੜ੍ਹਾ ਥੋੜ੍ਹਾ ਰਕਬਾ ਜ਼ਰੂਰ ਘਟਾਉਣਾ ਚਾਹੀਦਾ। ਥੋੜ੍ਹਾ ਥੋੜ੍ਹਾ ਸਰੋਂ ਦੇ ਥੱਲੇ ਹੋ ਜੇ, ਥੋੜ੍ਹਾ ਮੱਕੀ ਥੱਲੇ ਹੋ ਜੇ, ਝੋਨੇ ਤੋਂ ਘਟਾ ਕੇ ਜਿਹੜਾ ਮੱਕੀ 'ਚ ਕਨਵਰਟ ਕੀਤਾ ਜਾ ਸਕਦਾ, ਬਹੁਤ ਵਧੀਆ ਗੱਲ ਹੈ। ਜਦੋਂ ਆਪਾਂ ਸਰੋਂ ਬੀਜਾਂਗੇ ਨਾ, ਸਰੋਂ ਦੇ ਨਾਲ ਨਾਲ ਜਦੋਂ ਆਪਾਂ ਨੂੰ ਸਰੋਂ ਦੇ ਤੇਲ ਨਾਲ, ਚਲੋ ਆਪਾਂ ਤਾਂ ਤੇ ਬੈਨੀਫਿਟ ਹੋਣਾ ਹੀ ਹੋਣਾ, ਨਾਲ ਆਪਣੇ ਜਿਹੜੇ ਆਪਣੇ ਡੰਗਰ ਆ ਉਹਨਾਂ ਨੂੰ ਵੀ ਜਿਹੜੀ ਉਹਦੀ ਖਾਲ ਜਿਹੜੀ ਚੰਗੇ ਰੂਪ ਦੇ ਵਿੱਚ ਮਿਲੂਗੀ। ਇਹ ਬਹੁਤ ਵਧੀਆ ਤਰੀਕਾ ਹੈ। ਬਾਕੀ ਥੋੜ੍ਹਾ ਥੋੜ੍ਹਾ ਜਿਹੜਾ ਘਟਾਓਗੇ ਸਬਜ਼ੀਆਂ ਵਾਲੇ ਬੰਨੇ, ਜਿਹੜੇ ਸਬਜ਼ੀਆਂ ਦੇ ਆਪਣੇ ਤੁਹਾਡੇ ਕੋਲ ਰੋਡ ਬਹੁਤ ਵਧੀਆ GT ਰੋਡ ਦੇ ਉੱਤੇ ਹੈ, ਤੁਸੀਂ ਉੱਥੇ ਆਪਣੇ GT ਰੋਡ 'ਤੇ ਰੱਖ ਕੇ ਆਪਣੀ ਸਬਜ਼ੀ ਵੇਚ ਸਕਦੇ ਜੀ। ਸੋ ਅੱਜ ਨੌਜਵਾਨ ਕਿਸਾਨ ਵੀਰ ਸਾਡੇ ਕੋਲ ਖੇਤ ਦੇ ਵਿੱਚ ਇਕੱਠੇ ਹੋਏ ਸੀ, ਤੇ ਨਾਲ ਹੀ ਮਾਹਰ ਵੀ ਸਾਡੇ ਖੇਤੀਬਾੜੀ ਵਿਭਾਗ ਦੇ ਇਕੱਠੇ ਹੋਏ ਆ। ਅੱਜ ਜਿਹੜੀ ਅਸੀਂ ਡਿਸਕਸ਼ਨ ਕੀਤੀ ਆ ਹਵਾ, ਪਾਣੀ ਅਤੇ ਮਿੱਟੀ ਨੂੰ ਸਾਂਭਣ ਸੰਬੰਧੀ ਉਪਰਾਲਿਆਂ ਸੰਬੰਧੀ, ਬਹੁਤ ਹੀ ਕਾਰਗਰ ਸਿੱਧ ਹੋਈ ਹੈ। ਮੈਂ ਉਮੀਦ ਕਰਦਾ ਸਾਡੇ ਸਾਰੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਅੱਜ ਦੀ ਇਹ ਡਿਸਕਸ਼ਨ ਆ ਜਿਹੜੀ ਕੋਈ ਨਾ ਕੋਈ ਸੇਧ ਦੇਵੇਗੀ। ਸੋ ਇਕੱਠੇ ਹੋਏ ਮਾਹਰਾਂ ਦਾ ਤੇ ਕਿਸਾਨਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਵੀ ਕਿਸਾਨ ਵੀਰੋ बहुत बहुत धन्यवाद। भारत सरकार का हर प्रयास किसानों को दे रहा है एक नई आस। देश के किसानों की खुशहाली और उन्हें आत्मनिर्भर बनाने के लिए भारत सरकार समर्पित है। प्रधानमंत्री श्री नरेंद्र मोदी जी के नेतृत्व में कृषि क्षेत्र में किए गए निरंतर प्रयासों के फलस्वरूप देश खाद्यान्न व बागवानी के क्षेत्र में आत्मनिर्भर हो चुका है और देश में दलहन का उत्पादन भी बढ़ा है। इसी तरह भारत सरकार ने खाद्य तेलों के उत्पादन को बढ़ाने के भी अनेक प्रयास किए हैं। इसी क्रम को आगे बढ़ाते हुए माननीय प्रधानमंत्री श्री नरेंद्र मोदी जी के नेतृत्व में भारत सरकार ने दूरदर्शी निर्णय लेते हुए राष्ट्रीय खाद्य तेल मिशन ऑयल पाम की शुरुआत की है। इस मिशन से देश भर के किसानों को बहुत लाभ मिलेगा। कृषि के पूंजी निवेश में वृद्धि होगी, खाद्य तेल आयात पर देश की निर्भरता कम होगी और रोजगार के नए अवसर पैदा होंगे। खाने के तेल में आत्मनिर्भरता के लिए अब राष्ट्रीय खाद्य तेल मिशन ऑयल पाम का संकल्प लिया गया है। इससे किसानों को तो सीधा लाभ होगा ही, गरीब और मध्यम वर्ग के परिवारों को सस्ता और अच्छी क्वालिटी का तेल भी मिलेगा। यही नहीं, ये मिशन बड़े स्तर पर रोजगार का निर्माण करेगा। इस मिशन के अंतर्गत ऑयल पाम का रकबा और पैदावार बढ़ाने पर जोर देने के लिए सरकार ने 11,000 करोड़ रुपए से अधिक की सहायता राशि निर्धारित की है। मिशन के तहत सरकार ने ऑयल पाम की खेती के लिए रोपण आदि की सहायता में बढ़ोतरी करते हुए पहले मिलने वाले 12,000 रुपए प्रति हेक्टेयर को बढ़ाकर 29,000 रुपए प्रति हेक्टेयर तक कर दिया है। ऑयल पाम के पुराने बागों के पुनरुद्धार के लिए
250 रुपए प्रति पौधा के हिसाब से विशेष सहायता दी जा रही है। पौधारोपण सामग्री की कमी दूर करने और बीजों की पैदावार करने वाले बागों को भी सहायता दी जाएगी। इसके तहत 15 हेक्टेयर ऑयल पाम उद्यान के लिए 80 लाख रुपए तक की सहायता राशि दी जाएगी। इसके अलावा नर्सरी विकास के लिए 40 लाख रुपए तक तय किए गए हैं। पूर्वोत्तर और अंडमान राज्यों के लिए विशेष सहायता का भी प्रावधान है। ऑयल पाम के किसान ताजे फलों के गुच्छे यानी FFB का उत्पादन करते हैं, जिनकी वर्तमान में कीमतें अंतर्राष्ट्रीय मूल्यों में उतार चढ़ाव के आधार पर तय होती हैं। पहली बार केंद्र सरकार ताजे फलों के गुच्छे की कीमत के लिए किसानों को आश्वासन दे रही है। ये व्यवहार्यता मूल्य यानी VP कहलाएगा, यानी किसानों को कोई घाटा नहीं होने दिया जाएगा। व्यवहार्यता मूल्य VP तय करने की शुरुआत 1 नवंबर से होगी और अगले वर्ष 31 अक्टूबर तक जारी रहेगी। इसे ऑयल पाम वर्ष कहा जाएगा। इस योजना के तहत वर्ष 2025-26 तक ऑयल पाम का रकबा 6.5 लाख हेक्टेयर सृजित करने और कच्चे ऑयल पाम की पैदावार वर्ष 2025-26 तक 11.20 लाख टन पहुंचाने का लक्ष्य निर्धारित किया गया है। सरकार के इस महत्वपूर्ण निर्णय से देश में ऑयल पाम की खेती करने वाले किसानों में विश्वास पैदा होगा और वे खेती का रकबा बढ़ाएंगे। इस तरह पाम ऑयल का उत्पादन भी बढ़ेगा, जिससे किसानों की आय बढ़ेगी और ग्रामीण अर्थव्यवस्था भी सुदृढ़ होगी।